ਇੱਕ ਹੋਰ ਗੱਲ ਜਿਹੜੀ ਉਹਨਾਂ ਦੇ ਜੀਵਨ ਦੇ ਵਿੱਚ ਪੱਕੀ ਸੀ, ਹੁਣ ਸਾਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨੀ ਪੈਣੀ ਹੈ। ਮੈਨੂੰ ਇੱਕ ਦੇ ਅੱਗੇ ਹੀ ਝੁਕਣਾ ਹੈ। एक पिता एक असके हम बारक तू मेरा गुरहाई। अव्वल अल्लाह नूर उपाया कुदरत के सब बंदे एक नूर ते सब जग उपजिया। वो एक है, एक दी याद के आधार पर मैनू एक दे अगे ही चुकना है, एक नू ही याद करना है, ਉਹਦੇ ਇੱਕ ਦੀ ਸਿੱਖਿਆਵਾਂ ਤੇ ਹੀ ਜੀਵਨ ਨੂੰ ਚਲਾਉਣਾ ਹੈ। ਇਹ ਮੈਨੂੰ ਇਹਨਾਂ ਦਿਨਾਂ ਦੇ ਵਿੱਚ ਪੱਕਾ ਕਰਨਾ ਪੈਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪੋਹ ਦਾ ਮਹੀਨਾ ਸਿੱਖ ਇਤਿਹਾਸ ਦੇ ਵਿੱਚ ਸ਼ਹੀਦੀਆਂ ਦਾ ਮਹੀਨਾ, ਜਿਹਦੇ ਵਿੱਚ ਸਿੱਖ ਕੌਮ ਦੀ ਨੀਹਾਂ ਮਜ਼ਬੂਤ ਕਰਨ ਵਾਸਤੇ, ਮਾਨਵਤਾ ਦੇ ਭਲੇ ਵਾਸਤੇ, ਧਰਮ ਦੀ ਰੱਖਿਆ ਵਾਸਤੇ ਸਾਡੇ ਗੁਰੂਆਂ ਨੇ ਸਰਬੰਸ ਵਾਰ ਦਿੱਤਾ। ਗੁਰਸਿੱਖਾਂ ਨੇ ਉਹ ਕੁਰਬਾਨੀਆਂ ਦਿੱਤੀਆਂ ਜਿਹੜੀ ਇਤਿਹਾਸ ਦੇ ਵਿੱਚ ਅਮਰ ਹੋ ਗਈਆਂ। ਉਹ ਕੁਰਬਾਨੀਆਂ ਜਿਨ੍ਹਾਂ ਦਾ ਕੋਈ ਵੀ ਮੇਲ ਦੁਨੀਆ 'ਤੇ ਨਹੀਂ ਮਿਲ ਸਕਦਾ। ਅਸੀਂ ਸਾਰੇ ਉਸ ਉੱਚੇ ਸੁੱਚੇ ਵਿਰਸੇ ਦੇ ਵਾਰਸ ਹਾਂ। ਸਾਨੂੰ ਜਿੱਥੇ ਸ਼ਰਦਾਰੀਆਂ ਬਖਸ਼ਣ ਵਾਸਤੇ ਗੁਰੂ ਸਾਹਿਬਾਂ ਨੇ ਤੇ ਗੁਰਸਿੱਖਾਂ ਨੇ ਜਾਨਾਂ ਦੀ ਵੀ ਪਰਵਾਹ ਨਾ ਕਰਦੇ ਹੋਏ ਆਪਣਾ ਆਪਾ ਵਾਰ ਗਏ, ਉਹ ਸਾਰੇ ਫੰਡਾਮੈਂਟਲਸ ਨੂੰ ਪੱਕਾ ਮਜ਼ਬੂਤ ਰੱਖਣ ਵਾਸਤੇ, ਸਾਨੂੰ ਉੱਚੀ ਸੁੱਚੀ ਸੋਚ ਦੇਣ ਵਾਸਤੇ। ਜੇ ਗੁਰੂ ਨਾਨਕ ਸਾਹਿਬ ਤੋਂ ਦੇਖ ਲਈਏ, ਸਾਰੇ ਗੁਰੂ ਸਾਹਿਬਾਂ ਨੇ ਆਪਣੇ ਪ੍ਰਿੰਸੀਪਲਸ ਦੇ ਉੱਤੇ ਪੱਕਾ ਰਹਿ ਕੇ ਆਪਣੀ ਉਸ ਉੱਚੀ ਸੁੱਚੀ ਸੋਚ ਨੂੰ ਸਾਡੀ ਸੋਚ ਦਾ ਹਿੱਸਾ ਬਣਾਉਣ ਵਾਸਤੇ ਆਪਣੀ ਕੁਰਬਾਨੀਆਂ ਵੀ ਦੇਣ ਲਈ ਤਿਆਰ ਹੋ ਗਏ। ਤੇ ਇਹਨਾਂ ਦਿਨਾਂ ਵਿੱਚ ਸਾਨੂੰ ਇਹ ਆਤਮ ਚਿੰਤਨ, ਆਤਮ ਮੰਥਨ ਕਰਨ ਦਾ ਵਿਸ਼ੇਸ਼ ਲਕਸ਼ ਰੱਖਣਾ ਪੈਣਾ ਹੈ। ਅਸੀਂ ਆਪਣੇ ਆਪ ਨੂੰ ਦੇਖੀਏ ਕਿ ਸਾਡੇ ਕਰਕੇ, ਜਿਹਦੇ ਵਾਸਤੇ ਗੁਰੂ ਸਾਹਿਬਾਂ ਨੇ ਕਿਹਾ, ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤਚਾਰ, ਚਾਰ ਮੂਏ ਤੋਂ ਕਿਆ ਪਾਇਆ ਜੀਵਤ ਕਈ ਹਜ਼ਾਰ। ਮੈਂ ਆਪਣੇ ਆਪ ਨੂੰ ਦੇਖਣਾ ਹੈ ਕਿ ਮੈਂ ਰਹਿਤ ਬੈਤ ਦਾ ਧਾਰਨੀ, ਕਿ ਮੈਂ ਗੁਰੂ ਸਾਹਿਬਾਂ ਦੀ ਸਿੱਖਿਆਵਾਂ 'ਤੇ ਚੱਲਣ ਵਾਲਾ, ਗੁਰੂ ਸਾਹਿਬਾਂ ਦੀ ਕੁਰਬਾਨੀ ਨੂੰ ਜਿੱਥੇ ਮੈਂ ਨਤਮਸਤਕ ਹੋ ਰਿਹਾ ਹਾਂ, ਉੱਥੇ ਹੀ ਮੈਂ ਜਿਸ ਕਰਕੇ ਉਹ ਕੁਰਬਾਨੀਆਂ ਦਿੱਤੀਆਂ ਗਈਆਂ, ਉਸ ਸਰੂਪ ਨੂੰ ਮੈਂ ਸੰਭਾਲ ਕੇ ਰੱਖਿਆ। ਜਿੱਥੇ ਗੁਰੂ ਸਾਹਿਬਾਂ ਨੇ ਉਸ ਪਿਤਾ ਪਰਮਾਤਮਾ ਦੀ ਯਾਦ ਦੇ ਨਸ਼ੇ ਦੀ ਗੱਲ ਕੀਤੀ ਹੈ, ਤੇ ਮੈਂ ਕੀ ਕਰ ਰਿਹਾ ਹੈਗਾ? ਮੈਂ ਉਸ ਨਸ਼ੇ ਦੇ ਵਿੱਚ ਹਾਂ, ਜਾਂ ਮੈਂ ਦੁਨਿਆਵੀ ਨਸ਼ੇ ਦੇ ਵਿੱਚ ਖਚਤ ਹੋ ਕੇ ਆਪਣੇ ਸਰੂਪ ਨੂੰ ਭੁਲਾ ਬੈਠਾ? ਜਿੱਥੇ ਗੁਰੂ ਸਾਹਿਬਾਂ ਨੇ ਪ੍ਰਿੰਸੀਪਲਸ ਕਰਕੇ ਇੰਨੀ ਸਭ ਕੁਰਬਾਨੀਆਂ ਦਿੱਤੀਆਂ, ਕਿ ਮੈਂ ਉਸ ਪ੍ਰਿੰਸੀਪਲਸ ਨੂੰ, ਉਹਨਾਂ ਪ੍ਰਿੰਸੀਪਲਸ ਨੂੰ ਮੈਂ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਹੈਗਾ। ਦਿਨ ਬਣਾਏ ਮੁਬਾਰਕ ਨੇ, ਉਹਨਾਂ ਦੀ ਯਾਦਾਂ ਨੂੰ ਨਤਮਸਤਕ ਹੁੰਦਿਆਂ ਉਹਨਾਂ ਸਥਾਨਾਂ ਦੇ ਦਰਸ਼ਨ ਕਰਨਾ, ਉੱਥੇ ਮੱਥੇ ਟੇਕਣੇ ਮੁਬਾਰਕ ਨੇ। ਪਰ ਮੈਨੂੰ ਹੁਣ ਇਹਨਾਂ ਦਿਨਾਂ ਦੇ ਵਿੱਚ ਇੰਨਾ ਪੱਕਾ ਕਰਨਾ ਪੈਣਾ ਹੈ ਕਿ ਇੱਕ ਤਾਂ ਆਪਣੀ ਨਵੀਂ ਜਨਰੇਸ਼ਨ ਨੂੰ ਇਸ ਇਤਿਹਾਸ ਤੋਂ ਜਾਣੂ ਕਰਵਾਉਣਾ, ਇਹ ਮੇਰੀ ਰਿਸਪੌਂਸਿਬਿਲਿਟੀ ਹੈ। ਨਾਲ ਨਾਲ ਰਹਿਤ ਬੈਤ ਦੇ ਧਾਰਨੀ, ਉਹ ਪ੍ਰਿੰਸੀਪਲਸ ਜਿਹਦੇ ਕਰਕੇ ਇਹ ਕੁਰਬਾਨੀਆਂ ਹੋਈਆਂ, ਉਸ ਪ੍ਰਿੰਸੀਪਲਸ ਨੂੰ, ਉਹਨਾਂ ਪ੍ਰਿੰਸੀਪਲਸ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ, ਜਿਹਦੇ ਕਰਕੇ ਛੋਟੇ ਛੋਟੇ ਬੱਚੇ ਵੀ ਕਚਹਿਰੀ ਤੇ ਜਾ ਕੇ ਗੁਰੂ ਸਾਹਿਬਾਂ ਦੀ ਫਤਿਹ ਬੁਲਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਨਤਮਸਤਕ ਹੋ ਕੇ ਆਪਣੇ ਸੱਚ ਦੇ ਰਾਹ 'ਤੇ ਤੁਰ ਕੇ ਆਪਣੇ ਸਰੀਰ ਦੀ ਕੁਰਬਾਨੀ ਦੇਣਾ ਵੀ ਉਹਨਾਂ ਨੇ ਪ੍ਰਵਾਨ ਕੀਤਾ। ਅਸੀਂ ਕੀ ਕਰਦੇ ਹਾਂ? ਇਤਿਹਾਸ ਨੂੰ ਸੁਣ ਕੇ ਇਮੋਸ਼ਨਲ ਹੋਣਾ, ਆਪਣੀ ਫੀਲਿੰਗਸ ਨੂੰ ਉਹਨਾਂ ਪ੍ਰਤੀ ਐਕਸਪ੍ਰੈਸ ਕਰਨਾ ਮੁਬਾਰਕ ਹੈ, ਪਰ ਸਾਨੂੰ ਇਮੋਸ਼ਨਲ ਹੋਣ ਦੇ ਨਾਲ ਨਾਲ ਹੁਣ ਸਾਨੂੰ ਆਪਣੇ ਅੰਦਰ ਪੱਕਾ ਕਰਨਾ ਪੈਣਾ ਹੈ। ਸਾਨੂੰ ਵੀ ਆਪਣੇ ਜੀਵਨ ਦੇ ਵਿੱਚ ਇੰਨਾ ਪੱਕਾ ਬਣਨਾ ਪੈਣਾ ਹੈ। ਇੱਕ ਤਾਂ ਨਵੀਂ ਜਨਰੇਸ਼ਨ ਨੂੰ ਇਸ ਤੋਂ ਜਾਣੂ ਕਰਵਾਉਣਾ, ਨਾਲ ਨਾਲ ਪ੍ਰਿੰਸੀਪਲਸ ਨੂੰ ਆਪਣੇ ਜੀਵਨ ਦੇ ਵਿੱਚ ਪੱਕਾ ਕਰਨਾ, ਰਹਿਤ ਬੈਤ ਦੇ ਧਾਰਨੀ ਬਣਨਾ। ਗੁਰੂ ਸਾਹਿਬ ਕਹਿ ਰਹੇ ਨੇ, ਰਹਿਣੀ ਰਹੇ ਸੋਈ ਸਿੱਖ ਮੇਰਾ।
ਰਹਿਤ ਕਹਿਣ ਤੋਂ ਭਾਵ ਕੁਰਹਿਤਾਂ ਤੋਂ ਬਚ ਕੇ ਰਹਿਣੀ ਬਹਿਣੀ ਦੇ ਧਾਰਨੀ ਹੋ ਕੇ ਅੰਮ੍ਰਿਤ ਵੇਲੇ ਨੂੰ ਸੰਭਾਲ ਕੇ ਗੁਰੂ ਸਾਹਿਬਾਂ ਦੀ ਸ਼ਕਤੀਆਂ ਦੇ ਥੱਲੇ ਉਹਨਾਂ ਦੀ ਸਿੱਖਿਆਵਾਂ ਅਨੁਸਾਰ ਜੀਵਨ ਚਲਾਉਣਾ, ਉਹਦੀ ਯਾਦ ਦੇ ਨਸ਼ੇ ਦੇ ਧਾਰਨੀ ਬਣਨਾ, ਦੁਨਿਆਵੀ ਨਸ਼ੇ ਸਾਰੇ ਛੱਡ ਕੇ ਗੁਰਬਾਣੀ ਜਿਹੜੀ ਚੀਜ਼ਾਂ ਤੋਂ ਵਰਜਿਤ ਕਰ ਰਹੀ ਹੈ ਉਹਨਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ। ਤੇ ਜਦੋਂ ਮੈਂ ਇਹ ਸਾਰਾ ਕੁਝ ਕਰਾਂਗਾ, ਉਸ ਅਕਾਲ ਪੁਰਖ ਦੀ ਸ਼ਕਤੀਆਂ ਮੇਰੇ ਸਦਾ ਅੰਗ ਸੰਗ ਰਹਿਣ ਵਾਲੀਆਂ ਨੇ, ਉਹਦੀ ਸ਼ਕਤੀਆਂ ਮੇਰੇ ਨਾਲ ਰਹਿਣ ਵਾਲੀਆਂ ਨੇ, ਉਹਦੀ ਸ਼ਕਤੀਆਂ ਮੈਨੂੰ ਰਾਹ ਦਿਖਾਉਣ ਵਾਲੀਆਂ ਬਣ ਜਾਣਗੀਆਂ। ਮੈਨੂੰ ਇਹ ਪੱਕਾ ਕਰਨਾ ਹੈ। ਘੱਟ ਤੋਂ ਘੱਟ ਇਹਨਾਂ ਦਿਨਾਂ ਦੇ ਵਿੱਚ ਹੁਣ ਇਹ ਤਾਂ ਪੱਕਾ ਕਰੀਏ, ਜਿਹੜੀ ਸਾਡੇ ਉੱਤੇ ਸਟੈਂਪ ਲੱਗੀ ਹੋਈ ਹੈ ਕਿ ਸਰਦਾਰ ਮਨ ਸਿੱਖ ਕਹਿਣ ਤੋਂ ਭਾਵ ਨੌਨ ਵੈਜ ਖਾਣ ਵਾਲਾ, ਸਿੱਖ ਕਹਿਣ ਤੋਂ ਭਾਵ ਨਸ਼ੇ ਕਰਨ ਵਾਲਾ, ਇਹ ਮੈਨੂੰ ਹੁਣ ਇਮੇਜ ਆਪਣੀ ਚੇਂਜ ਕਰਨੀ ਪੈਣੀ ਹੈ। ਜ਼ਰੂਰੀ ਹੈ। ਦਾਸ ਕਾਲਜ ਦੇ ਵਿੱਚ ਪੜ੍ਹਦਾ ਸੀ, ਮੈਨੂੰ ਯਾਦ ਆਉਂਦਾ ਹੈ ਉਹ ਦਿਨ। ਮੈਨੂੰ ਕਈ ਮੇਰੇ ਸੀਨੀਅਰਸ, ਮੇਰੇ ਨਾਲ ਵਾਲੇ ਕਹਿੰਦੇ ਸੀ, ਕਿੱਦਾਂ ਦਾ ਤੂੰ ਸਰਦਾਰ ਹੈ, ਨਾ ਨੌਨ ਵੈਜ ਖਾਣਾ ਹੈ ਨਾ ਡਰਿੰਕ ਕਰਦਾ ਹੈ। ਮੈਂ ਕਹਿੰਦਾ ਮੈਂ ਸਰਦਾਰ ਵੀ ਹਾਂ, ਅਸਰਦਾਰ ਵੀ ਹਾਂ, ਇਫੈਕਟਿਵ ਉਹਦੀ ਕਿਰਪਾ ਦਾ ਸਦਕਾ ਕਿ ਮੈਂ ਨੌਨ ਵੈਜ ਨਹੀਂ ਖਾਂਦਾ, ਮੈਂ ਡਰਿੰਕ ਨਹੀਂ ਕਰਦਾ, ਮੈਂ ਉਹ ਨਸ਼ਾ ਕਰਦਾ ਹੈ ਜਿਹੜਾ ਪਿਤਾ ਪਰਮਾਤਮਾ ਦੀ ਯਾਦ ਦਾ ਨਸ਼ਾ, ਜਿਹੜੀ ਗੁਰੂ ਸਾਹਿਬ ਸਾਨੂੰ ਸਿੱਖਿਆ ਦੇ ਰਹੇ ਨੇ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਸਾਨੂੰ ਹੁਣ ਇਹ ਪੱਕਾ ਕਰਨਾ ਪੈਣਾ ਆਪਣੇ ਜੀਵਨ ਦੇ ਵਿੱਚ। ਫਿਰ ਹੋਣ ਕੀ ਵਾਲਾ ਹੈ ਜੀ? ਫਿਰ ਉਹਦੀ ਸਦਾ ਕਾਲ ਸ਼ਕਤੀਆਂ ਦੇ ਥੱਲੇ ਮੈਂ ਸੇਫ ਰਹਿਣ ਵਾਲਾ ਹੈ। ਉਹਦੀ ਪ੍ਰਸੰਨਤਾ ਦਾ ਮਾਲਕ ਮੈਂ ਬਣਾਂਗਾ। ਉਹਦੀ ਸਦਾ ਕਾਲ ਸ਼ਕਤੀਆਂ ਮੇਰੇ ਉੱਤੇ ਬਰਸਣ ਵਾਲੀਆਂ ਨੇ। ਗੁਰੂ ਸਾਹਿਬਾਂ ਦੀ ਤੇ ਉਹਨਾਂ ਦੇ ਸਾਹਿਬਜ਼ਾਦਿਆਂ ਦੀ, ਨਾਲ ਨਾਲ ਮਾਤਾ ਜੀ ਦੀ। ਇਹ ਸੱਚੀ ਯਾਦ ਉਦੋਂ ਕਵਾਂਗੇ ਜਦੋਂ ਅਸੀਂ ਇਹ ਰਹਿਤ ਬੈਤ ਦੇ ਧਾਰਨੀ ਬਣਾਂਗੇ, ਉਹ ਪ੍ਰਿੰਸੀਪਲਸ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਾਂਗੇ, ਨਸ਼ਿਆਂ ਤੋਂ ਮੁਕਤ ਬਣਾਂਗੇ। ਇਹ ਹੁਣ ਸਮੇਂ ਦੀ ਡਿਮਾਂਡ ਹੈ, ਸਮੇਂ ਪੁਕਾਰ ਕਰ ਰਿਹਾ ਹੈ। ਕਿੱਦਾਂ ਦੀ ਗੱਲ ਹੈ, ਇੱਕ ਪਾਸੇ ਅਸੀਂ ਖਾਲਸੇ ਦੇ ਰਾਜ ਦੀ ਡਿਮਾਂਡ ਕਰ ਰਹੇ ਹਾਂ ਉਸ ਕੋਲ, ਅਕਾਲ ਪੁਰਖ ਵਾਹਿਗੁਰੂ ਕੋਲੋਂ, ਤੇ ਨਾਲ ਅਸੀਂ ਆਪਣੇ ਉਹ ਖਾਲਸਾਈ ਸਰੂਪ, ਪਿਓਰ ਸਰੂਪ ਤੋਂ ਦੂਰ ਹੁੰਦੇ ਜਾ ਰਹੇ ਹਾਂ। ਇੰਪਿਊਰਿਟੀਜ਼, ਵਿਕਾਰ ਸਾਡੇ ਵਿੱਚ ਆ ਰਹੇ ਨੇ। ਹੁਣ ਨਸ਼ਿਆਂ ਤੋਂ ਮੁਕਤ ਰਹਿਣਾ, ਇਹਨਾਂ ਵਿਕਾਰਾਂ ਤੋਂ ਮੁਕਤ ਬਣਨ ਦਾ ਵਿਸ਼ੇਸ਼ ਉਪਰਾਲਾ ਕਰਨਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਣ ਦਾ ਪੂਰਾ ਉਪਰਾਲਾ ਕਰਨਾ। ਤੇ ਹੁਣ ਕਦੋਂ ਵਾਲਾ ਹੈ? ਜਦੋਂ ਮੈਂ ਗੁਰਬਾਣੀ ਦੀ ਸੇਧ ਤੇ ਉਹਦੀ ਸ਼ਕਤੀਆਂ ਦੇ ਥੱਲੇ, ਉਹਦੀ ਸ਼੍ਰੀਮਤ ਅਨੁਸਾਰ, ਉਹਦੀ ਸਿੱਖਿਆਵਾਂ ਅਨੁਸਾਰ ਮੈਂ ਆਪਣੇ ਜੀਵਨ ਨੂੰ ਚਲਾਵਾਂਗਾ। ਇਤਨੀਆਂ ਕਿ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਆਪਣੀ ਬੇਨਤੀਆਂ ਰੱਖਦੇ ਹੋਏ ਲਫ਼ਜ਼ ਜੋ ਲਫ਼ਜ਼ ਕੋਈ ਭੁੱਲ ਚੁੱਕ ਹੋਵੇ ਤੇ ਮਾफ़ ਕਰਨਾ ਜੀ। ਸਾਧ ਸੰਗਤ ਬਖਸ਼ੰਦ ਹੈ। ਪਿਤਾ ਪਰਮਾਤਮਾ ਦੀ ਸ਼ਕਤੀ ਅਨੁਸਾਰ ਆਪ ਸਾਰੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ ਜੀ। ਤੁਹਾਡਾ ਆਉਣ ਵਾਲਾ ਸਮਾਂ ਬਹੁਤ ਚੜ੍ਹਦੀ ਕਲਾ ਵਾਲਾ ਹੋਵੇ। ਗੁਰੂ ਸਾਹਿਬਾਂ ਦੀ ਸ਼ਕਤੀਆਂ ਨੂੰ ਜੀਵਨ ਦੇ ਵਿੱਚ ਧਾਰਨ ਕਰਕੇ ਉਸ ਇੱਕ ਅਕਾਲ ਪੁਰਖ ਨੂੰ ਯਾਦ ਕਰਨ ਵਾਲਾ ਰਹਿਤ ਬੈਤ ਦੇ ਧਾਰਨੀ ਹੋਈਏ। ਅੰਮ੍ਰਿਤ ਵੇਲੇ ਨੂੰ ਸੰਭਾਲੀਏ, ਆਪਣੇ ਸਰੂਪ ਨੂੰ ਸੰਭਾਲੀਏ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਾਰੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।